ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜੀਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਣ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਕਰੀ ਵਖਿਆਣ। ਗੁਰ ਨਾਨਕ ਪਦ ਪੰਕਜ ਬੰਦਨ ਪਾਦ ਪੰਕਜ ਬੰਦਨਾ। ਸਿਮਰਾ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਨ, ਹਿਰਦੈ ਨਿਤ ਧਿਆਨ। ਗੁਰ ਰਾਮਦਾਸ ਗੁਣ ਗਾਨ, ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰ ਗੋਬਿੰਦ ਸਿੰਘ ਬਿਸਾਲਾ, ਤਰੁ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ, ਤਰੁ ਤਾਰਾ ਪਾਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਓਂਕਾਰ ਅਨੁਰਾਗ। ਏਕ ਓਂਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਣ ਸੋਏ।
ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਬਹੁਰੋ ਕਹਿਓ ਕਨਾਤ ਤਨੀਜੈ। ਚਹੁੰ ਦਿਸ ਮੈਂ ਘੇਰਾ ਕਰ ਲੀਜੈ। ਸਰਬ ਨਿਕਸ ਕੈ ਬਾਹਰ ਜਾਵੋ। ਸਤਨਾਮ ਸਿਮਰੋ ਗੁਣ ਗਾਵੋ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜੂਰ ਜਾਹਰਾ ਜਹੂਰ ਸ਼ਬਦ ਗੁਰੂ, ਜੁਗੋਂ ਜੁਗ ਅਟਲ ਸਤਿਗੁਰੂ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਜੋਤੀ ਜੋਤ ਸਮਾਉਣ ਦੀ ਜੋ ਕਥਾ ਚੱਲ ਰਹੀ ਹੈ, ਅੱਜ ਅਖੀਰੀ ਹਿੱਸਾ ਹੈ। ਸੋ ਸਤਿਗੁਰੂ ਜੀ ਦੀ ਇਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਰੋ ਕਹਿਓ ਕਨਾਤ ਤਨੀਜੈ। ਚਹੁੰ ਦਿਸ ਮੈਂ ਘੇਰਾ ਕਰ ਲੀਜੈ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਉਣ ਤੋਂ ਬਾਅਦ ਬਾਬਾ ਸ੍ਰੀ ਚੰਦ ਜੀ ਦੀ ਬੇਨਤੀ ਸੁਣ ਕੇ 2 ਕੁ ਘੜੀਆਂ ਲਈ ਸਰੀਰ ਦੇ ਵਿੱਚ ਵਾਪਸ ਆਏ ਨੇ। ਬਾਬਾ ਸ੍ਰੀ ਚੰਦ ਨੂੰ ਲਖਮੀ ਦਾਸ ਜੀ ਨੂੰ ਗੁਰੂ ਸਾਹਿਬ ਜੀ ਨੂੰ ਉਪਦੇਸ਼ ਦਿੱਤਾ ਹੈ। ਉਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰੂ ਦੇ ਚਰਨਾਂ 'ਚ ਹੱਥ ਜੋੜ ਕੇ ਵਾਹਿਗੁਰੂ ਸ਼ਬਦ ਦੇ ਅਰਥ ਪੁੱਛੇ, ਗੁਰੂ ਸਾਹਿਬ ਜੀ ਨੇ ਸਮਝਾਏ ਔਰ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਸਾਹਿਬ ਜੀ ਦੀ ਫਿਰ ਸਿਫਤ ਕੀਤੀ। ਇਸ ਤੋਂ ਬਾਅਦ ਗੁਰੂ ਸਾਹਿਬ ਜੀ ਅੱਗੇ ਫਿਰ ਹੁਣ ਬਖਸ਼ਿਸ਼ ਕਰ ਰਹੇ ਨੇ। ਬਹੁਰੋ ਕਹਿਓ ਕਨਾਤ ਤਨੀਜੈ। ਚਹੁੰ ਦਿਸ ਮੈਂ ਘੇਰਾ ਕਰ ਲੀਜੈ। ਸਤਿਗੁਰੂ ਜੀ ਕਹਿੰਦੇ ਨੇ ਭਾਈ ਸਿੱਖੋ, ਹੁਣ ਇਹ ਕੰਮ ਕਰੋ ਕਿ ਜਿੱਥੇ ਅਸੀਂ ਬੈਠੇ ਹਾਂ ਚਿਖਾ ਚੁਣੀ ਹੋਈ ਸੀ, ਆਸਨ ਗੁਰੂ ਸਾਹਿਬ ਜੀ ਨੇ ਲਾਇਆ ਹੋਇਆ ਸੀ ਕਿ ਇਹਦੇ 4 ਸਪੇਰੇ ਕਨਾਤ ਤਾਣ ਦਿਓ ਔਰ ਕਨਾਤ ਦੇ ਬਾਹਰਲੇ ਪਾਸੇ ਸਾਰੇ ਪਾਸੋਂ 4 ਸਪੇਰੇ ਤੁਸੀਂ ਖਲੋ ਜਾਓ, ਜਿਹਨੂੰ ਕਹਿੰਦੇ ਨੇ ਘੇਰਾ ਪਾ ਕੇ ਖਲੋ ਜਾਓ। ਸਰਬ ਨਿਕਸ ਕੈ ਬਾਹਰ ਜਾਵੋ। ਸਤਨਾਮ ਸਿਮਰੋ ਗੁਣ ਗਾਵੋ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਭਾਈ ਸਾਰੇ ਜਾਣੇ ਇਸ ਕਨਾਤ ਤੋਂ ਬਾਹਰ ਨਿਕਲ ਕੇ ਚਲੇ ਜਾਓ ਔਰ ਬਾਹਰ ਜਾ ਕੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰੋ। ਸੁਣ ਤੇ ਛਿਨ ਦਾਸਣ ਤਤਕਾਲਾ। ਘੇਰੇ ਤਾਹਾਂ ਕਨਾਤ ਵਿਸਾਲਾ। ਗੁਰੂ ਕੇ ਸਿੱਖਾਂ ਸੇਵਕਾਂ ਨੇ ਸੁਣਦਿਆਂ ਨਾਲ ਤੁਰੰਤ ਛੇਤੀ ਦੇ ਨਾਲ ਚਾਰੇ ਪਾਸੇ ਜਿਹੜੀ ਕਨਾਤ ਹੈ ਉਹ ਤਾਣ ਦਿੱਤੀ। ਅੰਬਰ ਪਾਏ ਬਦਨ ਪਰ ਸਵੇਤਾ। ਪੌੜੇ ਸੁਣ ਬੇਦੇ ਕੁਲ ਖੇਤਾ। ਆਪਣੇ ਸਰੀਰ ਦੇ ਉੱਤੇ ਸਫੇਦ ਚਾਦਰ ਲੈ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਲੰਮੇ ਪੈ ਗਏ ਨੇ ਔਰ ਭਾਈ ਸਧਾਰਨ ਜੀ ਵਰਗੇ, ਬਾਬਾ ਬੁੱਢਾ ਸਾਹਿਬ ਜੀ ਵਰਗੇ 2 ਕੁ ਸਿੱਖ ਜਿਹੜੇ ਨੇ ਸਿਰਫ ਕਨਾਤ ਦੇ ਅੰਦਰ ਉਹ ਰਹੇ ਨੇ, ਬਾਕੀ ਸਾਰੇ ਬਾਹਰ ਆ ਗਏ ਨੇ। ਰੌਰ ਪਰਾ ਸਗਰੇ ਨਰ ਮਾਹੀ। ਲੋਚਣ ਤੇ ਜਲ ਧਾਰ ਚੁਆਹੀ।
ਸਾਰੇ ਪਾਸੇ ਸਤਿਨਾਮ ਵਾਹਿਗੁਰੂ ਤੇ ਸਿੱਖ ਬੋਲ ਰਹੇ ਨੇ, ਪਰ ਰੌਲਾ ਵੀ ਪੈ ਰਿਹਾ ਹੈ ਕਿ ਗੁਰੂ ਸਾਹਿਬ ਜੀ ਦੇ ਆਖਰੀ ਦਰਸ਼ਨ ਹੋਏ ਨੇ, ਇਸ ਤੋਂ ਬਾਅਦ ਸਰੀਰ ਕਰਕੇ ਦਰਸ਼ਨ ਨਹੀਂ ਹੋਣੇ। ਅੱਖਾਂ ਦੇ ਵਿੱਚੋਂ ਜਲ ਸਾਰਿਆਂ ਦੇ ਜਾ ਰਿਹਾ ਹੈ। ਹੁਣ ਲੱਗੇ ਸਭ ਸੋਝ ਤੇ ਆਰੇ, ਸੰਦਲ ਧਰਿਓ ਆਣ ਬਹੁ ਭਾਰੇ। ਸਤਿਗੁਰੂ ਦੇ ਸਰੀਰ ਦਾ ਸੰਸਕਾਰ ਕਰਨ ਲਈ ਤਿਆਰੀਆਂ ਹੋਣ ਲੱਗੀਆਂ। ਸੰਦਲ ਦਾ ਅਰਥ ਹੈ ਲੱਕੜੀ ਚੰਦਨ ਦੀ, ਬਹੁਤ ਸਾਰੀ ਚੰਦਨ ਦੀ ਲੱਕੜੀ ਵੀ ਲਿਆ ਕੇ ਰੱਖ ਲਈ ਗਈ। ਪੁਸ਼ਮ ਸੁਗੰਧ ਕ੍ਰਿਤ ਬਹੁ ਆਨਾ, ਤਿਲ ਆਦਿਕ ਸਭ ਕੀਣ ਮਹਾਨਾ। ਖੁਸ਼ਬੂਦਾਰ ਕੁਛ ਫੁੱਲ ਘਿਓ ਆਦਿਕ ਜਿਹੜੀ ਸਮੱਗਰੀ ਚਾਹੀਦੀ ਹੈ ਸੰਸਕਾਰ ਵਾਸਤੇ ਉਹ ਸਾਰੀ ਲਿਆਂਦੀ ਗਈ। ਰੋਦਨ ਕਰੇ ਸਭ ਹੈ ਨਰ ਨਾਰੀ, ਸ੍ਰੀ ਨਾਨਕ ਗੁਣ ਨਾਮ ਉਚਾਰੇ। ਕਿ ਨਾਰੇ ਕੀ ਪੁਰਸ਼ ਵੱਡੇ ਛੋਟੇ ਸਾਰੇ ਮਾਈ ਭਾਈ ਰੁਦਨ ਵੀ ਕਰਦੇ ਨੇ, ਸਤਿਨਾਮ ਵਾਹਿਗੁਰੂ ਸਿਮਰਨ ਵੀ ਕਰ ਰਹੇ ਨੇ। ਵਿੱਚੋਂ ਕਈਆਂ ਦੇ ਮੁਖ ਤੋਂ ਆਵਾਜ਼ ਵੀ ਆ ਰਹੀ ਹੈ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਇਤਨੇ ਮਹਿ ਪਠਾਨ ਤਹ ਆਏ, ਦਰਸ਼ਨ ਕਰਨ ਹਿਰਦੇ ਲਲਚਾਏ। ਕਹਿੰਦੇ ਇੱਧਰੋਂ ਤਿਆਰੀਆਂ ਕੀਤੀਆਂ ਗਈਆਂ, ਇਹਨਾਂ 'ਚ ਕੁਝ ਪਠਾਨ ਵੀ ਆਏ। ਇਹ ਜਿਹੜੇ ਪਠਾਨ ਨੇ ਇਹਨਾਂ ਦਾ ਅਸਲ ਵਿੱਚ ਭਾਵਨਾ ਸੀ ਕਿ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਨੇ। ਇਹਨਾਂ ਨੂੰ ਖਬਰ ਮਿਲੀ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਤੁਸੀਂ ਮੁਰੀਦ ਹੋ, ਜਿਨ੍ਹਾਂ ਨੂੰ ਤੁਸੀਂ ਆਪਣਾ ਪੀਰ ਬਣਾਇਆ ਹੈ, ਉਹ ਅੱਜ ਸਰੀਰ ਛੱਡ ਕੇ ਜਾ ਰਹੇ ਨੇ। ਸ਼ਸਤਰਣ ਯੁਗਤ ਸੋ ਮਨੁਜ ਕਨੇਰੇ, ਹੁਤੇ ਮਰੀਦ ਗੁਰੂ ਪਗ ਕੇਰੇ। ਉਹਨਾਂ ਜ਼ਿਆਦਾ ਜਿਹੜੇ ਮਨੁੱਖ ਨੇ ਉਹਨਾਂ ਦੇ ਵਿੱਚ ਸ਼ਸਤਰਧਾਰੀ ਵੀ ਸਨ, ਕਿਉਂਕਿ ਪਠਾਨ ਨੇ, ਉਹਨਾਂ ਦੇ ਨਾਲ ਕੋਈ ਨਾ ਕੋਈ ਵਜ਼ੀਰ ਹੋਏਗਾ, ਰਾਜਾ ਹੋਏਗਾ। ਔਰ ਗੁਰੂ ਸਾਹਿਬ ਦੇ ਮੁਰੀਦ ਨੇ, ਸਿਰਫ ਦਰਸ਼ਨ ਕਰਨਾ ਚਾਹੁੰਦੇ ਨੇ। ਚੌਂਦਿਸ ਤਣਿਕ ਨਾਤ ਵਿਸਾਲਾ, ਕਿਸੋ ਨਾ ਦਰਸ ਹੋਤ ਤਹਿ ਕਾਲਾ। ਪਰ ਉਸ ਵੇਲੇ ਚਾਰੇ ਪਾਸੇ ਕਨਾਤ ਤਾਣ ਦਿੱਤੀ ਗਈ ਸੀ, ਕਿਉਂਕਿ ਗੁਰੂ ਸਾਹਿਬ ਦੇ ਦਰਸ਼ਨ ਕਿਸੇ ਨੂੰ ਨਹੀਂ ਸਨ ਹੋ ਰਹੇ। ਕੇਵਲ ਦੋ ਹੀ ਸਿੱਖ ਅੰਦਰ ਨੇ ਜਿਹੜੇ ਗੁਰੂ ਸਾਹਿਬ ਦੇ ਸਰੀਰ ਦੇ ਕੋਲ ਨੇ। ਦੇਖ ਪਠਾਨ ਹਿਰਦੈ ਬਿਸਮਾਏ, ਦਰਸ਼ਨ ਰਾਸ ਹਿਰਦੈ ਅਲੁਕਾ ਕੁਲਾਏ। ਇਹ ਵੇਖ ਕੇ ਜਿਹੜੇ ਪਠਾਨ ਨੇ ਹੈਰਾਨ ਵੀ ਹੋਏ ਤੇ ਦਰਸ਼ਨ ਨਾ ਹੋਣ ਕਰਕੇ ਵਿਆਕੁਲ ਵੀ ਹੋ ਗਏ, ਦੁਖੀ ਵੀ ਹੋਏ ਕਿ ਅਸੀਂ ਤਾਂ ਦਰਸ਼ਨ ਕਰਨ ਵਾਸਤੇ ਆਏ ਸਾਂ। ਖਰੇ ਲੋਕ ਚਾਹੁੰਦੇ ਸ ਰਖਵਾਰੀ, 300 ਖਾਨਣ ਗਿਰਾ ਉਚਾਰੇ। ਜਿਹੜੇ ਸਿੱਖ ਗੁਰੂ ਸਾਹਿਬ ਦੇ ਉਸ ਪਾਵਨ ਸਰੀਰ ਦੇ ਚਾਰ ਸਪੇਰੇ ਕਨਾਤ ਦੇ ਬਾਰ-ਬਾਰ ਇੱਕ ਤਰ੍ਹਾਂ ਦੀ ਪਹਿਰੇਦਾਰੀ 'ਤੇ ਖੜੇ ਸਨ ਕਿ ਕੋਈ ਅੰਦਰ ਨਾ ਜਾਵੇ। ਇਹਨਾਂ ਪਠਾਣਾਂ ਨੇ ਉਹਨਾਂ ਨੂੰ ਬੇਨਤੀ ਕੀਤੀ, ਤੁਮ ਹੋ ਸਿੱਖ ਗੁਰੂ ਗੁਣ ਖਾਨੀ, ਹਮ ਮੁਰੀਦ ਹੈ ਸਭ ਜਗ ਜਾਨੀ। ਕਹਿੰਦੇ ਭਾਈ ਤੁਸੀਂ ਧੰਨ ਗੁਰੂ ਨਾਨਕ ਸਾਹਿਬ ਦੇ ਸਿੱਖ ਹੋ, ਜਿਵੇਂ ਤੁਸੀਂ ਸਿੱਖ ਹੋ ਉਵੇਂ ਅਸੀਂ ਧੰਨ ਗੁਰੂ ਨਾਨਕ ਸਾਹਿਬ ਦੇ ਅਸੀਂ ਮੁਰੀਦ ਹਾਂ, ਔਰ ਇਹ ਸਾਰਾ ਜਗ ਜਾਣਦਾ ਹੈ। ਆਖਰ ਕੋ ਦਰਸ਼ਨ ਇਹ ਕਾਲਾ, ਹਮਕੋ ਕਰਨੇ ਦੇਹੁ ਕਿਰਪਾਲਾ। ਇਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅਖੀਰੀ ਦਰਸ਼ਨ ਨੇ ਪਾਈ। ਉਹ ਪਠਾਨ ਕਹਿੰਦੇ ਨੇ ਸਿੱਖੋ ਭਰਾਵੋ ਸਾਨੂੰ ਵੀ ਕਰ ਲੈਣ ਦਿਓ, ਦਰਸ਼ਨ ਕਰਨ ਵਾਸਤੇ ਆਏ ਹਾਂ। ਹੁਤੇ ਦੂਰ ਸੁਧ ਸੁਣ ਕਰ ਆਏ, ਅਬ ਨਿਰਾਸ ਹਮ ਕਿਉਂ ਕਰ ਜਾਏ। ਪਠਾਨ ਕਹਿੰਦੇ ਨੇ ਭਾਈ ਅਸੀਂ ਬੜੀ ਦੂਰ ਸਾਂ, ਜਦੋਂ ਹੀ ਸਾਨੂੰ ਖਬਰ ਮਿਲੀ ਕਿ ਤੁਹਾਡੇ ਪੀਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਿਹੜਾ ਅੱਲਾ ਦਾ ਰੂਪ ਨੇ ਉਹ ਸਰੀਰ ਛੱਡ ਕੇ ਚੱਲੇ ਨੇ, ਅਸੀਂ ਉਸੇ ਵੇਲੇ ਤੁਰਤ ਘੋੜੇ ਭਜਾ ਕੇ ਆਏ ਅਤੇ ਹੁਣ ਬਿਨਾਂ ਦਰਸ਼ਨਾਂ ਤੋਂ ਨਾਰਾਜ਼ ਮੁੜ ਚੱਲੀਏ ਵਾਪਸ। ਪੜ੍ਹਿਓ ਸਿੱਖ ਆਸ ਹਠ ਨਹਿ ਕਰੀਏ, ਦਰਸ਼ਨ ਕਰਨ ਸਮਾਂ ਨਾ ਵਿਚਰੀਏ। ਸਿੱਖਾਂ ਨੇ ਬੜੇ ਪਿਆਰ ਨਾਲ ਸਮਝਾਇਆ ਕਿ ਭਾਈ ਪਠਾਣੋ ਇਸ ਤਰ੍ਹਾਂ ਹੁਣ ਜਿੱਦ ਨਾ ਕਰੋ, ਇਹ ਸਮਝ ਲਓ ਕਿ ਹੁਣ ਦਰਸ਼ਨ ਕਰਨ ਦਾ ਸਮਾਂ ਨਿਕਲ ਗਿਆ ਹੈ, ਹੁਣ ਸਮਾਂ ਨਹੀਂ।
हमरो बचन मान तुम लीजै, निके हृदय विचार करीजै। क्योंकि ये तो हुण गुरु साहब का हुक्म हो गया है ना कि भाई कोई ना आवे, तो साडी तो बेनती है भाई मन लो, तो विचार भी कर लो कि गुरु साहब के हुक्म तो बिना इस तरह अगे जाके दर्शन करने ठीक ने। खान कहे हम माने नाही, इत्ते बात बनावो काही। पठान कहते ने भी असीं तो नहीं मनते, ये छोटी जी गल नूं एडा वड्डा तुसीं क्यों बना रहे हो, असीं तो केवल दर्शन ही करने ने ना। एह पखिया जे हिंदुण तुरका, दोवण को खोवण मत गुरका। पठान कहते ने भाई जे तो तुसीं पक्षपात करदे जे कि ये साडा गुरु तुरकां दा नहीं, तो इहदा मतलब तुसीं गुरु की मत फिर हासिल कीती नहीं। तो जे असीं भी पठान हो के तुरक हो के जे ये कहीए कि केवल साडे पीर ने दा मतलब फिर असीं भी गुरु की कोई मत धारण नहीं की। भाई जिवें तुसीं सिख जे उवें असीं मरीद हाँ। एक तो खानन को बल भारी, दूजे साचे गिरा उचारी। हुण सिख जिहड़े ने वो भी विचार करते हैं भी एक तो जिहड़े पठान ने सारे शस्त्रधारी ने, सारे कोल डंडे सोटे ने, किरपाना ने, घोड़ियां ते आए ने, तो दूजा पठान जो कुछ कह रहे हैं गलत तो नहीं कह रहे, कहते बिल्कुल ठीक ही रहे ने। गुरु तो जिन्ना साडा है उन्ना ही इन्हां दा है। हटत नहीं बहु रहे हटाए, शस्त्र कहे तब हिंदन जाई। सिख उन्होंने हटाउंदे तो बथेरा रहे कि भाई जिद ना करो, पर वो पिछे हटन लिए तैयार नहीं सन। उन्होंने इत्थों तक कि अपने शस्त्रों को हथ भी पा लए कि जे सानू धक्के नाल रोकोगे असीं रुकना कोई नहीं। इधरों कुछ सिखा ने कुछ हिंदुआ ने इन्हां भी डांगा चुक लिया। परयो सबन मैं रौरा पहारे, कोई ना किसे सुनै पुकारी। बस जदों इधरों उधरों डांगा फड़ियां गई, रौला पै गया, फिर कोई किसी की गल नहीं से सुन रहा, कोई की कह रहा की नहीं। रौला पै गया कि हुण लड़ाई होएगी। सिर गुर तन के पास जे दासा, श्रवण कुलाहल सुन चोह आसा। क्योंकि भाई सधारण ये सतगुरु जी के हर वेले नाल ही रहिंदे सन। जिहड़े गुरु साहब उस वेले कोल सन, इन्होंने जदों रौला कन्नां नाल सुनिया कि बाहर रौला कहदा पै रहा है, कनात दे विच सन। निकसे तुरत बिलोकण ताई, रहे एकांके देह गुसाई। असल में ये भी गुरु साहब की खेड सी कि भाई तुसीं कोल रह गए, तुसीं भी बाहर जाओ। ये वेखण वास्ते बाहर निकले और धन गुरु नानक देव सच्चे पातशाह का शरीर उत्थे कल्ला रह गया। अंतर ध्यान भय तह काला, सर्ब चुकावण चगर बिसाला। सिख बाहर गए और धन गुरु नानक देव सच्चे पातशाह का शरीर उस वेले जिहड़ा है देही वो अलोप हो गई। सतगुरु जी ने धन गुरु नानक साहब ने जिवें इत्थे हिंदू ते तुरकां दा सारा झगड़ा ही खत्म कर दिता कि झगड़ा मुकाउण वास्ते इन्होंने बाहर किया और झगड़ा मुकाउण वास्ते आप अपनी देही जिहड़ी है वो अंतर ध्यान कर ली। वहर दोह मह बाद महाना, चढ़ बिवान पर कृपा निधाना। कहते इधर बाहर तो दोवां धिरां दे विच झगड़ा छिड़िया सी, उधरों धन गुरु नानक देव सच्चे पातशाह जी सने शरीर बवान ते चढ़ गए। गमन केण उर्द के ओरा, जय जय शब्द सुरन महशूरा। कहते सतगुरु जी ने आकाश वाले चाले पा दिते, उधर देवतिया ने जय जयकार की, उधर खुशी के गीत गाए गए। सुरतर पुष्चांजल बरखावें, चार चमर चौदिसम चुड़ावें। कहते जेडे देवते ने इस तरह लगता सी जिवें कल्प रुख के फुल जिहड़े ने बुक्का भर भर के वरसा रहे हैं।
ਉੱਥੇ ਇਸ ਤਰ੍ਹਾਂ ਸੀ ਕਿ ਜਿਵੇਂ 4 ਚੁਫੇਰੇ ਗੁਰੂ ਸਾਹਿਬ ਜੀ ਦੇ 4 ਚੌਰ ਸਾਹਿਬ ਨੇ ਔਰ 4 ਦੇਵਤੇ ਜਿਹੜੇ ਨੇ ਉਹ ਚੌਰ ਕਰ ਰਹੇ ਨੇ। ਬ੍ਰਹਮਾਦਿਕ ਚੰਦਨ ਚਰਚਾਹੇ ਕਰੇ ਆਰਤੇ ਸ਼ੰਖ ਬਜਾਹੇ। ਉੱਥੇ ਬ੍ਰਹਮਾ ਜੀ ਵਰਗੇ ਜਿਹੜੇ ਨੇ ਉਹ ਆਪ ਜਿਹੜੇ ਚੰਦਨ ਛਿੜਕਾਰ ਕਰ ਰਹੇ ਨੇ, ਆਰਤੀਆਂ ਗਾ ਰਹੇ ਨੇ, ਸ਼ੰਖ ਵਜਾ ਰਹੇ ਨੇ। ਅਪਸਰ ਕਰੇ ਨਿਰਤ ਅਗਾਰੇ ਗੰਧਰਵ ਗਾਵੈ ਧੁਨ ਸੁਖਕਾਰੇ। ਜਿਵੇਂ ਅੱਜ ਕੱਲ੍ਹ ਖੁਸ਼ੀ ਮਨਾਈ ਜਾਂਦੀ ਹੈ, ਇਵੇਂ ਸਵਰਗ ਦੇ ਲੋਕ ਵੀ ਖੁਸ਼ੀ ਮਨਾ ਰਹੇ ਨੇ ਕਿ ਅਪਸਰਾਵਾਂ ਅੱਗੇ ਅੱਗੇ ਨ੍ਰਿਤ ਕਰਦੀਆਂ ਨੇ। ਜਿਹੜੇ ਗੰਧਰਵ ਨੇ ਉਹ ਸੁਰੀਲੀਆਂ ਧੁਨਾਂ ਦੇ ਨਾਲ ਗਾ ਰਹੇ ਨੇ। ਚੱਲੇ ਆਕਾਸ਼ ਪੰਥ ਅਸ ਜਾਵੈ ਤਹ ਉਤਸਵ ਕਰ ਆਨੰਦ ਬੜਾਵੈ। ਗੁਰੂ ਸਾਹਿਬ ਜੀ ਆਕਾਸ਼ ਵੱਲ ਜਾ ਰਹੇ ਨੇ, ਉਹ ਦੇਵੀ ਦੇਵਤੇ ਸਾਰੇ ਉਤਸਤ ਕਰ ਕਰਕੇ ਆਨੰਦ ਲੈ ਰਹੇ ਨੇ, ਖੁਸ਼ੀਆਂ ਮਨਾ ਰਹੇ ਨੇ, ਉਤਸਵ ਮਨਾ ਰਹੇ ਨੇ। ਹੁਤੇ ਸ਼ਕਤ ਜਿਹੇ ਲੱਗ ਜਿਸੇ ਸਿਰ ਨਾਨਕ ਪਹੁੰਚਾਏ। ਇੱਥੇ ਕਵੀ ਰਾਜ ਕਹਿੰਦੇ ਨੇ ਕਿ ਜਿੱਥੋਂ ਤੱਕ ਕਿਸੇ ਦੀ ਜਾਣ ਦੀ ਸ਼ਕਤੀ ਸੀ, ਤਾਕਤ ਸੀ, ਉੱਥੋਂ ਤੱਕ ਗੁਰੂ ਸਾਹਿਬ ਦੇ ਨਾਲ ਗਏ। ਕਿਉਂਕਿ ਇੰਦਰ ਜਿਹੜਾ ਹੈ ਇੰਦਰਪੁਰੀ ਤੱਕ ਜਾ ਸਕਦਾ ਸੀ, ਸ਼ਿਵ ਜੀ ਸ਼ਿਵਪੁਰੀ ਤੱਕ ਜਾ ਸਕਦਾ ਸੀ, ਬ੍ਰਹਮਾ ਆਪਣੀ ਬ੍ਰਹਮਪੁਰੀ ਤੱਕ ਜਾ ਸਕਦਾ ਹੈ। ਔਰ ਸੱਚਖੰਡ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇਕੱਲੇ ਜਾਣਾ ਹੈ। ਜਿੱਥੋਂ ਜਿੱਥੋਂ ਤੱਕ ਕਿਸੇ ਦੀ ਸਮਰੱਥਾ ਸੀ ਉੱਥੋਂ ਉੱਥੋਂ ਤੱਕ ਨਾਲ ਗਏ, ਗੁਰੂ ਸਾਹਿਬ ਨੂੰ ਪਹੁੰਚਾਇਆ। ਹਟੇ ਸੰਗ ਤੇ ਦੇਵ ਸਭ ਚਨਣ ਸੀਸ ਨਿਵਾਏ। ਕਹਿੰਦੇ ਸਾਰੇ ਦੇਵਤੇ ਉੱਥੋਂ ਜਿੱਥੋਂ ਜਿੱਥੋਂ ਜਾ ਸਕਦੇ ਸਨ ਪਹੁੰਚਾ ਕੇ ਸਿਰ ਨਵਾ ਕੇ ਨਮਸਕਾਰ ਕਰਕੇ ਵਾਪਸ ਹਟ ਗਏ। ਸੱਚਖੰਡ ਸਿਰੇ ਗੁਰੂ ਗਏ ਕੀਣ ਤਹਾਂ ਬਿਸਰਾਮ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਸੱਚਖੰਡ ਪਹੁੰਚ ਗਏ। ਕਵੀ ਸੰਤੋਖ ਸਿੰਘ ਕਹਿੰਦੇ ਨੇ ਗੁਰੂ ਸਾਹਿਬ ਜੀ ਤੋਂ ਉੱਥੇ ਆਰਾਮ ਕਰ ਰਹੇ ਨੇ। ਭੂਤਨ ਮਹਿ ਜੈਸੇ ਭਏ ਸੁਣੋ ਕਥਾ ਸੁਖ ਧਾਮ। ਇੱਧਰ ਮਾਤ ਲੋਕ ਵਿੱਚ ਧਰਤੀ 'ਤੇ ਫਿਰ ਜੋ ਕੁਛ ਖੇਡ ਵਾਪਰੀ, ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਉਹ ਵੀ ਸੁਣ ਲਓ। ਕਰੇ ਜੋਰ ਅਸ ਖਾਣ ਅਲਾਵੈ ਹੈ ਹਮ ਪੀਰ ਜੋ ਮਜਲ ਪੁਚਾਵੈ। ਪਠਾਨ ਜ਼ੋਰ ਕਰਦੇ ਨੇ, ਧੱਕਾ ਜ਼ੋਰੀ ਕਰਦੇ ਨੇ, ਉੱਚੀ ਉੱਚੀ ਬੋਲ ਕੇ ਕਹਿੰਦੇ ਨੇ ਉਹ ਸਾਡੇ ਪੀਰ ਨੇ, ਅਸੀਂ ਉਹਨਾਂ ਦੇ ਮੁਰੀਦ ਹਾਂ, ਉਹਨਾਂ ਨੇ ਸਾਨੂੰ ਸਾਡੀ ਮੰਜ਼ਿਲ ਤੱਕ ਪਹੁੰਚਾਉਣਾ ਹੈ, ਅਸੀਂ ਉਹਨਾਂ ਦੇ ਦਰਸ਼ਨ ਕਰਨੇ ਨੇ। ਦੇਤ ਮੁਰਾਦ ਮੁਰੀਦਨ ਕੇਰੀ ਵਰਜੇ ਰਹੇ ਨਾ ਜਾਵੈ ਨੇਰੀ। ਕਹਿੰਦੇ ਉਹ ਆਪਣੇ ਮੁਰੀਦਾਂ ਦੀਆਂ ਮੁਰਾਦਾਂ ਪੂਰੀਆਂ ਕਰਦੇ ਨੇ, ਹਰ ਇੱਕ ਮੁਰਾਦ ਦਿੰਦੇ ਨੇ। ਅਤੇ ਜੇ ਤੁਸੀਂ ਰੁਕੋਗੇ ਵੀ ਅਸੀਂ ਰੁਕਣਾ ਕੋਈ ਨਹੀਂ। ਇਹ ਦੇਖ ਲਓ ਅਸੀਂ ਗੁਰੂ ਸਾਹਿਬ ਦੇ ਨੇੜੇ ਜਾਣਾ ਹੈ, ਦਰਸ਼ਨ ਕਰਨੇ ਨੇ, ਸਾਡੇ ਪੀਰ ਨੇ। ਹਿਮ ਹੱਠ ਕਰਕੇ ਪੇਤ ਹੈ ਠਾਂਡੇ ਡਰੇ ਨਰਾਰ ਕਰਨ ਤੇ ਗਾਡੇ। ਇਸ ਤਰ੍ਹਾਂ ਕਹਿ ਕੇ, ਕਿਉਂਕਿ ਕਈਆਂ ਨੇ ਕਿਰਪਾਨਾਂ ਦੀ ਮੁੱਠੀਆਂ ਨੂੰ ਹੱਥ ਵੀ ਪਾ ਲਏ ਸਨ, ਉਹ ਉੱਥੇ ਖੜੇ ਰਹਿ ਕੇ ਅਸੀਂ ਪਿੱਛੇ ਨਹੀਂ ਹਟਣਾ ਕੋਈ। ਰੌਲੇ ਤੋਂ ਵੀ ਨਹੀਂ ਡਰੇ ਕਿ ਕੋਈ ਡਾਂਗਾ ਲੈ ਕੇ ਆ ਗਿਆ ਜਾਂ ਸੂਟੇ ਲੈ ਕੇ ਆਇਆ ਹੈ। ਸਣ ਬੰਦ ਹਿੰਦੂ ਹੋਏ ਆਏ ਬਲ ਕਰ ਤਿੰਨ ਕੋ ਚਹਿਤ ਹਟਾਏ। ਇੱਧਰੋਂ ਕੁਝ ਹਿੰਦੂ ਕੋ ਸਿੱਖ, ਇਹ ਵੀ ਜਿਵੇਂ ਦਾ ਕਿਸੇ ਨੂੰ ਹਥਿਆਰ ਮਿਲਿਆ ਡਾਂਗਾ ਸੂਟੀਆਂ ਲੈ ਕੇ ਆ ਗਏ ਕਿ ਜ਼ੋਰ ਕਰਕੇ ਜੇ ਧੱਕੇ ਨਾਲ ਆਉਣਗੇ ਤਾਂ ਧੱਕੇ ਨਾਲ ਅਸੀਂ ਆਉਣ ਨਹੀਂ ਦੇਣਾ, ਧੱਕੇ ਨਾਲ ਪਿੱਛੇ ਹਟਾਵਾਂਗੇ। ਸਿਆਣੇ ਸਿੱਖ ਹੁਤੇ ਤਿਹ ਜਈ ਕਰਿਓ ਵਿਚਾਰ ਮਿਲਤ ਪੇ ਤੇਈ। ਉਹਨਾਂ ਵਿੱਚ ਜਿਹੜੇ ਸਿਆਣੇ ਸਿੱਖ ਸਨ ਉਹ ਆਪਸ ਵਿੱਚ ਵਿਚਾਰ ਵੀ ਕੀਤੀ ਉਹਨਾਂ ਨੇ। ਤੁਰਕਣ ਕੋ ਅਬ ਹੈ ਬਲ ਪਹਾਰੇ ਬਹੁਰ ਰੇਤ ਸੋ ਬਚਨ ਉਚਾਰੇ। ਜਿਹੜੇ ਸਿਆਣੇ ਸਿਆਣੇ ਸਿੱਖ ਨੇ ਉਹ ਆਪਸ ਵਿੱਚ ਕਹਿੰਦੇ ਨੇ ਭਾਈ ਇਸ ਵੇਲੇ ਇਹ ਜਿਹੜੇ ਪਠਾਨ ਆਏ ਨੇ ਤਾਕਤਵਰ ਵੀ ਨੇ, ਹਥਿਆਰ ਵੀ ਇਹਨਾਂ ਦੇ ਕੋਲ ਨੇ, ਉਰੇ ਜੋ ਕੁਛ ਗੱਲ ਕਹਿ ਰਹੇ ਨੇ ਗੱਲ ਵੀ ਗਲਤ ਨਹੀਂ ਕਹਿ ਰਹੇ, ਕੁਛ ਗਲਤ ਥੋੜ੍ਹੀ ਕਹਿ ਰਹੇ ਨੇ। ਤਾਂਤੇ ਔਰ ਨ ਕਰੀਏ ਕਾਜਾ ਸਿਰ ਸਤਿਗੁਰ ਕੋ ਲੇਹੁ ਆਵਾਜ਼ਾ। ਸਿੱਖ ਕਹਿੰਦੇ ਨੇ ਤੁਰਕਾਂ ਦੇ ਕੋਲ ਜਾ ਕੇ ਪਠਾਣਾਂ ਦੇ ਕੋਲ ਭਾਈ ਹੁਣ ਬਹੁਤੀ ਗੱਲ ਨਾ ਕਰੋ, ਝਗੜਾ ਨਾ ਕਰੋ। ਆਪਾਂ ਇਸ ਤਰ੍ਹਾਂ ਜਾਂਦੇ ਸਤਿਗੁਰੂ ਦੇ ਕੋਲ ਜਾਂਦੇ, ਕਨਾਤ ਦੇ ਬਾਹਰੋਂ ਆਵਾਜ਼ ਮਾਰਾਂਗੇ
ਕਿ ਸਿਰੇ ਸਤਿਗੁਰ ਘੋਲੇ ਹੋ ਆਵਾਜ਼ਾਂ, ਆਵਾਜ਼ ਮਾਰ ਕੇ ਪੁੱਛ ਲਈਏ ਨਾ, ਤੁਸੀਂ ਆਪ ਹੀ ਪੁੱਛ ਲਓ ਕਿ ਸਤਿਗੁਰ ਜੀ ਤੁਹਾਡੇ ਦਰਸ਼ਨ ਕਰਨ ਆਏ, ਅੰਦਰ ਆ ਜਾਈਏ ਕਿ ਨਾ। ਤਿਨ ਮਰਜੀ ਕੇ ਹੈ ਅਨੁਸਾਰੀ, ਕਰੀਏ ਕ੍ਰਿਤ ਮਿਟਾਵੋ ਰਾਰੇ। ਸਿੱਖ ਕਹਿੰਦੇ ਨੇ ਵੀਰ ਪਠਾਣੋ, ਗੁਰੂ ਸਾਹਿਬ ਦੀ ਮਰਜ਼ੀ ਤੇ ਚਾਹੀਦੀ ਹੈ ਨਾ, ਉਹਨਾਂ ਦੀ ਆਗਿਆ ਤੇ ਲੈਣੀ ਚਾਹੀਦੀ ਜੇ ਦਰਸ਼ਨ ਕਰਨੇ ਨੇ। ਆਵਾਜ਼ ਮਾਰ ਕੇ ਪੁੱਛ ਲੈਣੇ, ਜੇ ਆਗਿਆ ਹੋਵੇਗੀ, ਜਿਵੇਂ ਹੁਕਮ ਕਰਨਗੇ ਆਪਾਂ ਦੋਵੇਂ ਧਿਰਾਂ ਉਸੇ ਤਰ੍ਹਾਂ ਮੰਨ ਲਵਾਂਗੇ। ਖਾਨੜ ਸੰਗ ਭਣੀ ਅਸਬਾਨੀ, ਭਲੇ ਪਾਂਤ ਨੇਕੇ ਤਿਹ ਮਾਨੀ। ਕਹਿੰਦੇ ਪਠਾਣਾਂ ਦੇ ਨਾਲ ਜਦੋਂ ਇਸ ਤਰ੍ਹਾਂ ਗੱਲ ਕੀਤੀ, ਉਹ ਚੰਗੀ ਤਰ੍ਹਾਂ ਇਸ ਗੱਲ ਨੂੰ ਸਮਝ ਵੀ ਗਏ, ਮੰਨ ਵੀ ਗਏ ਕਿ ਇਹ ਗੱਲ ਤਾਂ ਬਣਦੀ ਹੈ ਨਾ ਭਾਈ, ਗੁਰੂ ਸਾਹਿਬ ਤੋਂ ਪੁੱਛ ਲੈਂਦੇ ਆ। ਦਵੈ ਸਿੱਖ ਹੁਤੇ ਸਮੀਪੇ ਜੇ, ਅੰਤਰ ਗਏ ਕਨਾਤ ਕੇ ਤੇ। ਜਿਹੜੇ ਦੋ ਸਿੱਖ ਉਸ ਵੇਲੇ ਗੁਰੂ ਸਾਹਿਬ ਦੇ ਸਰੀਰ ਦੇ ਕੋਲ ਸਨ, ਕਨਾਤ ਤੋਂ ਬਾਹਰ ਆਏ ਸਨ, ਉਹ ਫਿਰ ਅੰਦਰ ਗਏ। ਬਸਤਰ ਸੰਯੁਕਤ ਸੇਜ ਤਹ ਦੇਖੀ, ਦੇਹ ਨਾ ਭਏ ਅਚਰਜ ਬਸਿੱਖੀ। ਅੰਦਰ ਜਾ ਕੇ ਕੀ ਦੇਖਿਆ ਕਿ ਕੇਵਲ ਕੱਲਾ ਕੱਪੜਾ ਪਿਆ ਹੈ, ਸਰੀਰ ਵਿੱਚ ਹੈ ਹੀ ਨਹੀਂ। ਵੇਖ ਕੇ ਬੜੇ ਹੈਰਾਨ ਹੋਏ। ਅੰਤਰ ਕੋ ਉਘਾਰ ਪਲ ਜੋਵਾ, ਨਿਕਸੇ ਕਹਿਤ ਅਚੰਭਾ ਹੁਆ। ਉਹਨਾਂ ਨੇ ਚਾਦਰ ਨੂੰ ਚੁੱਕ ਕੇ ਚੰਗੀ ਤਰ੍ਹਾਂ ਦੇਖਿਆ, ਔਰ ਕੁਝ ਇਤਿਹਾਸਕਾਰ ਲਿਖਦੇ ਨੇ ਕਿ ਥੱਲੇ ਕੇਵਲ 2 ਗੁਲਾਬ ਦੇ ਫੁੱਲ ਸਨ, ਔਰ ਫੁੱਲਾਂ ਦੇ ਵਿੱਚ ਇੱਕ ਸੁਨੇਹਾ ਸੀ। ਔਰ ਇਹ ਸੁਨੇਹਾ ਗੁਰੂ ਸਾਹਿਬ ਜੀ ਆਪਣੇ ਸਰੀਰ ਦੇ ਵਿੱਚ ਰਹਿੰਦੇ ਦੇ ਕੇ ਵੀ ਗਏ। ਪਰ ਇੱਥੇ ਝਗੜਾ ਕਰਨ ਵਾਲੇ ਦੇਖੋ, ਭਾਵੇਂ ਉਹਨਾਂ ਨੂੰ ਹਟਾਉਣ ਵਾਲੇ ਤੇ ਭਾਵੇਂ ਆਉਣ ਵਾਲੇ। ਔਰ ਖਿਮਾ ਕਰਨਾ, ਜੇ ਸ਼ਬਦ ਮੂਰਖ ਦੋਵਾਂ ਵਾਸਤੇ ਵਰਤਿਆ ਜਾਏ ਤੇ ਮਾੜਾ ਨਹੀਂ, ਕਿਉਂਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਾਰ-ਬਾਰ ਸਮਝਾਇਆ ਕਿ ਭਈ ਤਨ ਦੇ ਨਾਲ ਪਿਆਰ ਨਹੀਂ, ਸਾਡੇ ਸ਼ਬਦ ਦੇ ਨਾਲ ਪਿਆਰ ਕਰੋ। ਧੰਨ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾਉਣ ਤੋਂ ਪਹਿਲੋਂ ਗੁਰਤਾ ਗੱਦੀ ਦੇਣ ਲੱਗਿਆ ਕਹਿ ਕੇ ਗਏ ਸਨ ਕਿ ਗੁਰੂ ਨਾਨਕ ਮੜੀ ਨਾ ਗੋਰ, ਗੁਰੂ ਨਾਨਕ ਅੰਗਦ ਕੇ ਹੀਏ ਮਾਹੀ। ਔਰ ਸਤ ਸੰਗਤ ਬਸਬੋ ਕਰਹੀ। ਜਾਂ ਗੁਰੂ ਨਾਨਕ ਸਾਹਿਬ ਜੀ ਗੁਰੂ ਅੰਗਦ ਦੇਵ ਜੀ ਦੇ ਹਿਰਦੇ 'ਚ ਨੇ ਜਾਂ ਸੰਗਤ ਵਿੱਚ ਨੇ। ਔਰ ਉਹਨੇ ਆ ਕੇ ਬਾਹਰ ਦੱਸਿਆ ਸਿੱਖਾਂ ਨੇ, ਭਾਈ ਉੱਥੇ ਤਾਂ ਕੁਝ ਵੀ ਨਹੀਂ। ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਦਾ ਸਰੀਰ ਹੀ ਉੱਥੇ ਨਹੀਂ। ਕਿਉਂ ਤੁਮ ਕੀਨੋ ਇਤਨਾ ਝਗੜਾ, ਸਤਿਗੁਰੂ ਆਪਨ ਬੇਰਿਓ ਸਗਰਾ। ਉਹ ਕਹਿੰਦੇ ਭਾਈ ਤੁਸੀਂ ਇੰਨਾ ਝਗੜਾ ਕਿਉਂ ਕੀਤਾ, ਕਿਉਂ ਝਗੜ ਰਹੇ ਹੋ? ਇਹ ਝਗੜਾ ਤੇ ਗੁਰੂ ਸਾਹਿਬ ਜੀ ਆਪ ਹੀ ਖਤਮ ਕਰਦੇ। ਵੈਸੇ ਉਹ ਪਹਿਲੋਂ ਖਤਮ ਕਰ ਗਏ ਸਨ। ਸਮਝਾਇਆ ਸੀ ਕਿ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਪਿੰਡ ਕੇ ਜੀ ਪ੍ਰਾਨ। ਔਰ ਇਤਿਹਾਸ ਵਿੱਚ ਸਮਝਾ ਕੇ ਗਏ ਸਨ ਜਦੋਂ ਵਲੀ ਕੰਧਾਰੀ ਕੋਲ ਜਾਂਦੇ ਨੇ ਕਿ ਉਹ ਮੁਸਲਮਾਨ ਜਾ ਕੇ ਕਹਿੰਦਾ ਕਿ ਪਾਣੀ ਕੋਈ ਹੋਰ ਪੀ ਨਹੀਂ ਸਕਦਾ। ਗੁਰੂ ਸਾਹਿਬ ਜੀ ਕਹਿੰਦੇ ਭਾਈ ਕੋਈ ਮੁਸਲਮਾਨ ਨਹੀਂ, ਸਾਰੇ ਇੱਕੋ ਹੀ ਰੱਬ ਦੇ ਬੰਦੇ ਨੇ। ਇਹ ਗੱਲ ਗੁਰੂ ਸਾਹਿਬ ਜੀ ਨੇ ਬਾਰ-ਬਾਰ ਸਮਝਾਈ, ਪਰ ਨਹੀਂ ਸਮਝ ਵਿੱਚ ਆਈ। ਫਿਰ ਅਖੀਰ 'ਤੇ ਵੀ ਸਮਝਾ ਕੇ ਗਏ। 2 ਫੁੱਲਾਂ ਦੀ ਮਤਲਬ ਇਹ ਸੀ ਭਾਈ ਜੋ ਕੁਛ ਇਹ ਵੀ ਕਹਿ ਰਹੇ ਨੇ ਠੀਕ, ਅਸੀਂ ਸਾਰਿਆਂ ਦੇ ਸਾਂਝੇ, ਪਰ ਸਰੀਰਾਂ ਦੇ ਨਾਲ ਪਿਆਰ ਤੇ ਨਹੀਂ ਨਾ। ਅੰਤਰ ਧਿਆਨ ਪੇ ਰਹੇ ਨਾ ਦੇਹੀ, ਗੁੱਸਾ ਸੇਜ ਪਰ ਬਸਤਰ ਕਰੇ ਪਰਹੀ। ਉਹ ਸਿੱਖ ਕਹਿੰਦੇ ਨੇ ਭਾਈ ਗੁਰੂ ਸਾਹਿਬ ਦੀ ਦੇਹੀ, ਉਹਨਾਂ ਦਾ ਪਾਵਨ ਸਰੀਰ ਅੰਤਰ ਧਿਆਨ ਹੋ ਗਿਆ ਜੀ। ਉਹਨਾਂ ਦੇ ਆਸਣ 'ਤੇ ਕੇਵਲ ਹੁਣ ਕੱਲੀ ਚਾਦਰ ਪਈ ਹੈ। ਰਾਰ ਨਾ ਕਰੀਐ ਪਰਸ ਪਾਰ, ਦੇਹੋ ਕਨਾਤ ਖੁਲਵਾਏ। ਤੇ ਵਿੱਚੋਂ ਸਿਆਣੇ ਫਿਰ ਬੋਲ ਕੇ ਕਹਿੰਦੇ ਨੇ ਭਾਈ ਆਪਸ ਵਿੱਚ ਰੌਲਾ ਨਾ ਪਾਓ, ਝਗੜਾ ਨਾ ਕਰੋ। ਜੇ ਨਹੀਂ ਕਿਸੇ ਨੂੰ ਯਕੀਨ ਤੇ ਹੁਣ ਫਿਰ ਕਨਾਤ ਖਿਲਾ ਕੇ ਵੇਖ ਲਓ, ਕਿਉਂਕਿ ਗੁਰੂ ਸਾਹਿਬ ਜੀ ਦਾ ਸਰੀਰ ਤਾਂ ਉੱਥੇ ਨਹੀਂ। ਦੇਖੇ ਨਰ ਨਾਰੀ ਸਰਬ ਕੌਤਕ ਮਤ ਬਿਸਮਾਏ। ਸਿੱਖ ਜਿਹੜੇ ਨੇ ਕਨਾਤ ਖੁੱਲ੍ਹਣ ਲੱਗੇ। ਸਾਰੇ ਬੀਬੀਆਂ ਵੀਰ ਭੈਣਾਂ ਜਿਹੜੇ ਨੇ ਉਹ ਬੜੇ ਹੈਰਾਨ ਹੋ ਕੇ ਗੁਰੂ ਸਾਹਿਬ ਦੇ ਇਸ ਕੌਤਕ ਨੂੰ ਵੇਖ ਰਹੇ ਨੇ। ਲੀਨ ਉਤਾਰ ਕਨਾਤ ਸਿਤਾਬ, ਗਏ ਟਿਕ ਹੈ ਉਦਰ ਸੇ ਨਰ ਨਾਰੀ।
ਛੇਤੀ ਦੇ ਨਾਲ ਕਨਾਤ ਉਤਾਰ ਲਈ ਗਈ। ਗੁਰੂ ਸਾਹਿਬ ਦੇ ਨੇੜੇ ਗਏ ਜਿੱਥੇ ਆਸਣ ਸੀ, ਜਾ ਕੇ ਦੇਖਿਆ ਹੈ ਸਹਿਜਾ ਪਰ ਚੇਰ ਪਰਿਓ ਪਿਖ, ਜੈ ਗੁਰ ਊਚ ਉਚਾਰੇ। ਜਦੋਂ ਅੰਦਰ ਜਾ ਕੇ ਦਰਸ਼ਨ ਕੀਤੇ ਕਿ ਵੇਖਿਆ ਕਿ ਉਸ ਆਸਣ ਦੇ ਉੱਤੇ ਕੇਵਲ ਕੱਪੜਾ ਪਿਆ ਹੈ, ਕੇਵਲ ਉਹ ਚਾਦਰ ਹੈ। ਇਹਨੂੰ ਵੇਖ ਕੇ ਸਾਰਿਆਂ ਨੇ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਜੈ ਗੁਰੂ ਨਾਨਕ, ਜੈ ਗੁਰੂ ਨਾਨਕ ਕਿਹਾ ਹੈ। ਸਿਰੇ ਮੁਖ ਕੰਦ ਗੋਬਿੰਦ ਮੁਕੰਦ, ਸੋ ਨਾਮ ਕੋ ਲੈ ਕਰ ਬੰਧਨ ਕਾਰੇ। ਜਿਵੇਂ ਜਿਵੇਂ ਗੁਰੂ ਸਾਹਿਬ ਜੀ ਨੂੰ ਕੋਈ ਨਾਮ ਨਾਲ ਸੱਦਦਾ ਸੀ, ਕੋਈ ਮੁਕਤੀ ਦਾਤਾ ਕਹਿੰਦਾ ਸੀ, ਕੋਈ ਸੁੱਖਾਂ ਦਾ ਦਾਤਾ ਕਹਿੰਦਾ ਸੀ, ਕੋਈ ਗੋਬਿੰਦ ਕਹਿੰਦਾ ਸੀ, ਕੋਈ ਪਰਮੇਸ਼ਰ ਕਹਿੰਦਾ ਸੀ, ਉਵੇਂ ਉਵੇਂ ਨਾਂ ਲੈ ਕੇ ਸਾਰਿਆਂ ਨੇ ਗੁਰੂ ਸਾਹਿਬ ਨੂੰ ਉਸ ਆਸਣ ਦੇ ਉੱਤੇ ਨਮਸਕਾਰ ਕੀਤੇ। ਹੋਏ ਚੰਬ ਰਹੇ ਹਿਰਦੇ ਤਹਿ ਠਾਨ, ਨਰ ਜੇ ਸਭ ਹੀ ਮਤ ਹਾਰੇ। ਜਿੰਨੇ ਲੋਕ ਉੱਥੇ ਇਕੱਠੇ ਹੋਏ ਸਨ ਕਿ ਜਿਵੇਂ ਸਾਰਿਆਂ ਦੇ ਮੱਤ ਉਦੋਂ ਮਾਰੀ ਗਈ, ਕਿਸੇ ਨੂੰ ਕੁਝ ਨਹੀਂ ਸੁਝਦਾ ਕਿ ਕੀ ਕਰਨਾ ਹੈ ਤੇ ਕੀ ਨਹੀਂ, ਬਸ ਕੇਵਲ ਨਮਸਕਾਰ ਕਰ ਰਹੇ ਨੇ। ਸੁੱਤਾ ਸਵਤਾਸ ਕੇ, ਨਸਿਆ ਪਾਪ ਰਾਸ ਕੇ, ਵਿਦਿਆ ਮੋਖ ਦਾਸ ਕੇ, ਲੇਖੈ ਸੋ ਨੇਮ ਜਮਨਾ। ਇੱਥੇ ਕਵਿਰਾਜ ਨੇ ਸਤਿਗੁਰੂ ਦੀ ਕੁਛ ਉਸਤਤ ਕੀਤੀ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪ ਮੁਕਤੀ ਦੇ ਦਾਤੇ ਉਸ ਵੇਲੇ ਜਦੋਂ ਸਰੀਰ ਕਰਕੇ ਵਿੱਚੋਂ ਅਲੋਪ ਹੋਏ ਨੇ, ਸਾਰਿਆਂ ਨੇ ਉਦੋਂ ਦੇਖਿਆ ਹੈ ਕਿ ਸਤਿਗੁਰੂ ਜੀ ਆਪ ਉੱਥੇ ਨਹੀਂ ਰਹੇ। ਤੁਰਕਣ ਅੰਬਰ ਅਰਧ ਅਰਧ, ਹਿੰਦਣ ਤਪ ਲੀਆ। ਕਹਿੰਦੇ ਉਦੋਂ ਫਿਰ ਜਿਹੜੇ ਪਠਾਨ ਆਏ ਸਨ ਉਹਨਾਂ ਨੇ ਕੀ ਕੀਤਾ, ਉਹ ਕੱਪੜਾ ਚੁੱਕਿਆ। ਇੱਧਰੋਂ ਜਿਹੜੇ ਹਿੰਦੂ ਆਪਣੇ ਆਪ ਨੂੰ ਖਵਾਉਂਦੇ ਨੇ ਉਹਨਾਂ ਨੇ ਚੁੱਕਿਆ। ਝਗੜਾ ਫਿਰ ਪੈ ਗਿਆ। ਉਸ ਚਾਦਰ ਨੂੰ ਅੱਧ ਦੇ ਵਿੱਚੋਂ ਤੁਰਕਣ ਅੰਬਰ ਅਰਧ ਅਰਧ, ਅੱਧਾ ਅੱਧਾ ਕਰ ਲਿਆ, ਪੜ ਲਿਆ। ਔਰ ਇੱਥੇ ਸਿਆਣੇ ਲੋਕ ਕਹਿੰਦੇ ਨੇ ਮੂਰਖਤਾ ਕੀਤੀ। ਔਰ ਦੇਖੋ ਅੱਜ ਸਾਡੇ ਸਾਹਮਣੇ ਹੈ ਉਹ ਕਰਤਾਰਪੁਰ ਸਾਹਿਬ, ਜਿੱਥੇ ਉਸ ਚਾਦਰ ਦੇ 2 ਟੁਕੜੇ ਕੀਤੇ, ਉਸੇ ਥਾਂ ਤੋਂ ਦੇਸ਼ 2 ਟੁਕੜਿਆਂ ਵਿੱਚ ਵੰਡਿਆ ਗਿਆ। ਇੱਕ ਰਾਵੀ ਦੇ ਉਰਲੇ ਪਾਸੇ ਰਹਿ ਗਿਆ, ਇੱਕ ਰਾਵੀ ਦੇ ਪਰਲੇ ਪਾਸੇ ਚਲਾ ਗਿਆ। ਕੀਤਾ ਵੀ ਹੈ ਕਿ ਇੱਕ ਟੁਕੜਾ ਰਾਵੀ ਦੇ ਉਰਲੇ ਪਾਸੇ ਸੰਸਕਾਰ ਕਰਕੇ ਮੜੀ ਬਣਾ ਦਿੱਤੀ, ਇੱਕ ਨੇ ਪਰਲੇ ਪਾਸੇ ਨੂੰ ਦਫਨਾ ਕੇ ਉੱਥੇ ਕਬਰ ਬਣਾ ਦਿੱਤੀ। ਔਰ ਇਤਿਹਾਸ ਗਵਾਹ ਹੈ ਕਿ ਉਦੋਂ ਉਸ ਰਾਵੀ ਨੂੰ ਇਹ ਮਨਜ਼ੂਰ ਨਹੀਂ ਸੀ ਹੋਇਆ। ਰਾਤ ਨੂੰ ਰਾਵੀ ਇੰਨੀ ਚੜ੍ਹ ਕੇ ਆਈ ਕਿ ਉਸ ਕਬਰ ਨੂੰ ਵਿੱਚ ਰੋੜ ਕੇ ਲੈ ਗਈ, ਮੜੀ ਨੂੰ ਵੀ ਲੈ ਗਈ। ਪਰ ਅਸਲ ਵਿੱਚ ਇੱਥੇ ਕਹੀਏ ਕਿ ਜਿਹੜੇ ਪੁਜਾਰੀ ਲੋਕ ਨੇ ਜਿਨ੍ਹਾਂ ਨੇ ਧੰਨ ਗੁਰੂ ਨਾਨਕ ਸਾਹਿਬ ਦੇ ਨਾਂ 'ਤੇ ਦੁਕਾਨਾਂ ਚਲਾਉਣੀਆਂ ਸਨ, ਉਹਨਾਂ ਨੇ ਉਹ ਥਾਵਾਂ ਭਾਵੇਂ ਦੁਬਾਰਾ ਵੀ ਬਣਾ ਲਈਆਂ। ਸਗਰ ਝਗਰ ਗਿਆ ਨਿਬਰ, ਹਰਖ ਉਰਦੋਹ ਦਿਸ ਥੀਆ। ਪਰ ਉਸ ਵੇਲੇ ਉਹਨਾਂ ਨੂੰ ਲੱਗਿਆ ਕਿ ਚਾਦਰ ਅਸੀਂ ਪਾੜ ਲਈ ਹੈ। ਸਾਰਾ ਝਗੜਾ ਨਿਬੜ ਗਿਆ ਹੈ, ਦੋਵੇਂ ਪਾਸੇ ਜਿਹੜੇ ਨੂੰ ਖੁਸ਼ ਹੋ ਗਏ। ਸਿੱਖਣ ਲੈ ਕਰ ਚੇਰ ਚਿਤਾ, ਚੰਦਨ ਕੇ ਰਚਕਾਰ। ਸਿੱਖਾਂ ਨੇ ਉਹ ਅੱਧੀ ਚਾਦਰ ਲਈ, ਜਿਹੜਾ ਸਾਜੋ ਸਮਾਨ ਆਉਂਦਾ ਸੀ ਗੁਰੂ ਸਾਹਿਬ ਦੇ ਸਰੀਰ ਨੂੰ ਸੰਸਕਾਰ ਕਰਨ ਲਈ, ਉੱਥੇ ਚਿਖਾ ਚਿਣੀ। ਉਸ ਚਿਖਾ ਦੇ ਵਿੱਚ ਉਸ ਚਾਦਰ ਦਾ ਜਿਹੜਾ ਸੰਸਕਾਰ ਕਰ ਦਿੱਤਾ ਗਿਆ। ਨਿਜ ਮੁਖ ਜਹੈ ਗੁਰ ਕਹਿਓ, ਤਾਹ ਦੀਏ ਤਾਹ ਭਲੇ ਧਰ। ਜਿੱਥੇ ਧੰਨ ਗੁਰੂ ਨਾਨਕ ਸਾਹਿਬ ਜੀ 8 ਵਿਗਿਆਂ ਵਾਲੇ ਖੇਤ ਵਿੱਚ ਕਹਿ ਕੇ ਗਏ ਸਨ ਭਾਈ ਸਧਾਰਨ ਕਿ ਇਸ ਥਾਂ 'ਤੇ ਸੰਸਕਾਰ ਕਰਨਾ ਹੈ, ਉਸ ਥਾਂ 'ਤੇ ਉਸ ਚਾਦਰ ਦਾ ਸੰਸਕਾਰ ਕਰ ਦਿੱਤਾ ਗਿਆ। ਪੁੰਨ ਹੁਤੇ ਮਰੀਦ ਜੋ ਅਰਧ ਲੈ ਨੇਕੇ ਤਹਿ ਦਫਨਾਏ ਦੀਏ। ਅਤੇ ਫਿਰ ਜਿਹੜੇ ਧੰਨ ਗੁਰੂ ਨਾਨਕ ਸਾਹਿਬ ਦੇ ਆਪਣੇ ਆਪ ਨੂੰ ਮੁਰੀਦ ਖਵਾਉਂਦੇ ਨੇ, ਉਹ ਪਠਾਨ ਮੁਸਲਮਾਨ ਵੀਰ, ਅੱਧੀ ਚਾਦਰ ਉਹਨਾਂ ਨੇ ਲਈ, ਉਹਨਾਂ ਨੇ ਦਫਨਾ ਦਿੱਤੀ। ਯੋਂ ਬਾਤ ਵਿਵਾਦ ਮਿਟਾਏ ਸਭ, ਤੂੰ ਸਭ ਦਿਸ਼ਨ ਅਹਿਲਾਦ ਕੀਏ। ਇਸ ਤਰ੍ਹਾਂ ਕਹਿੰਦੇ ਦੋਵਾਂ ਪਾਸਿਆਂ ਦੇ ਵਾਦ ਵਿਵਾਦ ਖਤਮ ਕਰਕੇ ਦੋਵਾਂ ਪਾਸਿਆਂ ਦੇ ਵਿੱਚ ਗੁਰੂ ਸਾਹਿਬ ਜੀ ਜਾਂਦੇ ਜਾਂਦੇ ਵੀ ਖੁਸ਼ੀ ਵੰਡ ਗਏ। ਸੋਰਠਾ ਸੰਮਤ 70 ਪਿਛਾਣ ਪੰਚ,
पंच मास बीते बहुर। इत्थे कविराज कहते हैं धन गुरु नानक साहिब सच्चे पातशाह जी इस संसार में आए, शरीर करके 70 साल 5 महीने सपत दिनन परवान पातशाहे श्री गुरप्रभ करे। 70 साल 5 महीने ते 7 दिन धन गुरु नानक देव सच्चे पातशाह ने इस संसार दे विच पातशाही की। और इन्हां 70 साल 5 महीनों के विच इतिहासकार कहते हैं कि धन गुरु नानक देव सच्चे पातशाह जी ने यह रूस वर्गे, अरब वर्गे, अफगानिस्तान वर्गे, चीन, इधरों श्रीलंका वर्गे सारे देशों का जिहड़ा भ्रमण किया। ये 82,000 मील जिहड़ा पैंडा बनता है, जितों जितों तक सतगुरु जी जाके पैदल यात्रा करके आए हैं। ये शरीर की इन्नी अरबला 70 साल 5 महीने ते 7 दिन। संमत 1500 लखो अधिक 96 जान। अज जो सतगुरु जी ज्योति ज्योत समाए ने, कवि संतोख सिंह जी कहते हैं संमत 1500 अधिक 96, 1596 समझो, ईस्वी के मुताबिक 1469, संमत 1596 है। असुज वधे दसवें बिकै सचखंड प्रस्थान। अज असू वधे 10वीं का दिन सी जदों धन गुरु नानक देव सच्चे पातशाह जी सचखंड नूं उन्होंने गमन किया है। चौपे सिर गुर कथा कहे कछ थोरे, सर्ब कहण के शगत न मोरे। इत्थे कवि संतोख सिंह जी कहते हैं कि इस निमाणे जे कवि ने धन गुरु नानक साहब जी थोड़ी जी कथा कही है, क्योंकि उन्होंने सारी कथा कहने की शक्ति मेरे विच नहीं। और जिन्ना पैंडा लिखते हैं 82,000 मील, इन्हां विचों तो कुछ कु घटनावां फिर लिखियां जा सकदियां ने, कुछ कु लिखी है, इन्नी शक्ति नहीं सी कि मैं सारी लिख सकता। ऐह जथा मत तथा सुबरणी, स्रोतन के बेकार को हरणी। अखीर तक कवि संतोख सिंह जी लिखते हैं कि यह कथा सुनने वालों के हिरदिਆਂ ਦੇ ਵਿੱਚੋਂ विकार ਨੂੰ दूर करने वाली है, विकारां ਨੂੰ दूर करने वाली है। जिन्ने को मत जिन्ने को बुद्ध गुरु साहब जी ने बख्शी, उस थोड़ी जी बुद्ध मुताबिक गुरु साहब जी की थोड़ी जी कथा लिखी है। और एक कथा जोग विराग भगत पुन ज्ञाना, ये चारों वरने बिद नाना। इस कथा दे विच जोग भी है, इस कथा दे विच विराग भी है, इस कथा दे विच भगती भी है, तो इहदे विच ज्ञान भी है। 4 तरीकों के नाल कथा वर्णन की है। दैव संपदा गुण जे बृंदा, या मन भणे हणे दुख दुंदा। इन्हां चारां दे विच जिहड़े दैवी गुण ने उन्हां दा वर्णन किया है। इस कथा नूं पढ़ के, इस कथा नूं सुन के, इस कथा नूं करके। और एक बार मस्कीन जी ने गल कही सी कि मैं कथा भी सुनानी है, पर मस्कीन जी आप कहते हैं कि नाल बैठे हुए सिंह ने यह गल कही सी, बजुर्ग सन, कि भाई अज तो बाद ये गल कदे ना कई कथा सुनानी है। क्योंकि कथा जो सुनानी होवे ना, फिर वो सिर्फ धंधा बनती है। कीर्तन पाठ जो सुनाना होवे फिर सिर्फ धंधा बनता है। ये नहीं कहना कथा सुनानी है, कथा करनी है। धन गुरु नानक साहब जी के उस परमेश्वर की कथा करनी है। कवि संतोख सिंह जी लिख रहे हैं कि इस कथा नूं पढ़न वाला, सुनने वाला भावना नाल सुनेगा, उनके सारे द्वंद, सारे दुख नाश हो जाएंगे। इत्थे कविराज ने धन गुरु नानक साहब सच्चे पातशाह जी के इस इतिहास को संपूर्ण किया है। सतगुरु जी कृपा करन, समय के मुताबिक समा भी हो गया, इतनी बेनती प्रवान करनी है। कल तो अगे धन गुरु अंगद देव सच्चे पातशाह का इतिहास
ਉਹ ਸ਼ੁਰੂ ਹੋਣਾ ਜਿਵੇਂ ਗੁਰੂ ਸਾਹਿਬ ਜੀ ਕਿਰਪਾ ਕਰਨਗੇ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ